ओमिक्रॉन ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਭਰ ਦੇ ਵਿੱਚ ਲਗਾਤਾਰ ਓਮਿਕਰॉन ਦੇ ਕੇਸ ਸਾਹਮਣੇ ਆ ਰਹੇ ਨੇ, ਜਿਸ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਹੈ ਉਹ ਸਖਤ ਹੋ ਗਈ ਹੈ। ਨਵੀਆਂ ਪਾਬੰਦੀਆਂ ਹਰਿਆਣਾ ਸਰਕਾਰ ਵੱਲੋਂ ਲਗਾਈਆਂ ਗਈਆਂ ਸੀ, ਜਿੱਥੇ ਚੰਡੀਗੜ੍ਹ ਪ੍ਰਸ਼ਾਸਨ ਸਖਤ ਹੋਇਆ, ਹਰਿਆਣਾ ਸਰਕਾਰ ਸਖਤ ਹੋਈ ਹੈ। ਪੰਜਾਬ ਦੇ ਵਿੱਚ 15 ਜਨਵਰੀ 2022 ਤੋਂ ਨਵੀਆਂ ਹਦਾਇਤਾਂ ਲਾਗੂ ਹੋ ਜਾਣਗੀਆਂ। ਤਾਂ ਹਰਿਆਣਾ ਸਰਕਾਰ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ, ਕੋਵਿਡ ਸਮੀਖਿਆ ਬੈਠਕ ਕੀਤੀ ਗਈ ਸੀ। ਡੀਸੀ ਨੂੰ ਹੁਕਮ ਜਾਰੀ ਕੀਤੇ ਗਏ ਨੇ, ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿ ਜੇਕਰ ਤੁਸੀਂ ਆਪਣੇ ਪੱਧਰ ਤੇ ਕੋਈ ਰਿਸਟ੍ਰਿਕਸ਼ਨਸ कोई पाबंदियां लगाना चाहते हो तो लगा सकते हो। इस दे नाल ही नवीं पाबंदियां ने हरियाणा सरकार वालों जारी कर दित्तियां गई ने। तो 5 ਜ਼ਿਲ੍ਹਿਆਂ ਦੇ ਵਿੱਚ ਇਹ ਪਾਬੰਦੀਆਂ ਲਾਗੂ ਹੋ ਜਾਣਗੀਆਂ। 2 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਇਹ ਹਦਾਇਤਾਂ ਨੇ ਉਹ ਚੱਲਣਗੀਆਂ। ਤਾਂ ਕੱਲ ਵੀ ਇੱਕ ਹੋਰ ਨਵੀਂ ਹਦਾਇਤ ਹੈ ਜੋ ਲਾਗੂ ਕਰ ਦਿੱਤੀ ਗਈ ਸੀ ਕਿ ਦੁਕਾਨਾਂ ਨੇ ਉਹ 5 ਵਜੇ ਤੱਕ ਹੀ ਖੁੱਲੀਆਂ ਰਹਿਣਗੀਆਂ। ਤਾਂ ਕੱਲ 5 ਵਜੇ ਤੱਕ ਹੀ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਗਈ ਸੀ। ਵਿਆਹ ਤੇ ਭੋਗ ਸਮਾਗਮਾਂ ਦੇ ਵਿੱਚ ਜੋ ਲੋਕਾਂ ਦਾ ਇਕੱਠ ਹੈ ਉਸ ਨੂੰ ਘਟਾ ਕੇ 100 ਕਰ ਦਿੱਤਾ ਗਿਆ, ਯਾਨੀ ਕਿ ਸਿਰਫ 100 ਲੋਕ ਹੀ ਵਿਆਹ ਜਾਂ ਕਿਸੇ ਭੋਗ ਸਮਾਗਮ ਦੇ ਵਿੱਚ ਇਕੱਠੇ ਹੋ ਸਕਦੇ ਨੇ। ਜੋ ਆਫਿਸ ਨੇ, ਦਫ਼ਤਰ ਨੇ, ਉੱਥੇ ਲੋਕ ਸਿਰਫ 50% ਦੀ ਸਮਰੱਥਾ ਦੇ ਨਾਲ ਕੰਮ ਕਰ ਸਕਦੇ ਨੇ। ਨਵੀਆਂ ਹਦਾਇਤਾਂ ਨੇ। ਓਮਿਕਰॉन ਦਾ ਕਹਿਰ ਹੈ ਲਗਾਤਾਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਹੈ ਸਖਤ ਹੋ ਗਈ ਹੈ। ਤੇ ਕੱਲ ਕੋਵਿਡ ਸਮੀਖਿਆ ਬੈਠਕ ਦੇ ਵਿੱਚ ਡੀਸੀ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਗਿਆ, ਜੇਕਰ ਤੁਸੀਂ ਆਪਣੇ ਪੱਧਰ ਤੇ ਕੋਈ ਹਦਾਇਤਾਂ ਲਾਗੂ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਤਾਂ ਹਰਿਆਣਾ ਦੇ ਵਿੱਚ ਨਵੀਆਂ ਪਾਬੰਦੀਆਂ ਜਾਰੀ ਹੋ ਗਈਆਂ ਨੇ। 2 ਜਨਵਰੀ ਤੋਂ 12 ਜਨਵਰੀ ਤੱਕ ਇਹ ਹਦਾਇਤਾਂ ਜਾਰੀ ਰਹਿਣਗੀਆਂ। ਦਫ਼ਤਰਾਂ ਦੇ ਵਿੱਚ 50% ਦੀ ਸਮਰੱਥਾ ਦੇ ਨਾਲ ਲੋਕ ਕੰਮ ਕਰ ਸਕਦੇ ਨੇ। ਰੈਸਟੋਰੈਂਟ ਦੇ ਵਿੱਚ 50% ਲੋਕ ਸ਼ਾਮਿਲ ਹੋ ਸਕਦੇ ਨੇ। ਤਾਂ ਸਿਰਫ 50% ਲੋਕ ਦੇ ਨਾਲ ਹੀ ਰੈਸਟੋਰੈਂਟ ਚੱਲਣਗੇ। ਤੇ ਨਾਲ ਹੀ ਜੋ ਨਵਾਂ ਰੂਲ ਹੈ ਉਹ ਕੰਮ ਕਰੇਗਾ ਉਹ ਹੈ ਨੋ ਮਾਸਕ ਨੋ ਸਰਵਿਸ, ਯਾਨੀ ਕਿ ਜੇਕਰ ਮਾਸਕ ਨਹੀਂ ਲੱਗਿਆ ਹੋਇਆ, ਜੇਕਰ ਤੁਸੀਂ ਮਾਸਕ ਨਹੀਂ ਲਗਾਇਆ ਹੋਇਆ ਤਾਂ ਤੁਹਾਨੂੰ ਐਂਟਰੀ ਨਹੀਂ ਮਿਲੇਗੀ, ਨਾ ਹੀ ਰੈਸਟੋਰੈਂਟ ਤੁਹਾਨੂੰ ਐਂਟਰਟੇਨ ਕਰੇਗਾ, ਤੁਹਾਨੂੰ ਕੋਈ ਸਰਵਿਸ ਹੈ ਰੈਸਟੋਰੈਂਟ नहीं देगा। तो इस दे नाल ही स्कूल, कॉलेज, ट्रेनिंग सेंटर ये पूर्ण तौर पर बंद करने का हुक्म है ये जारी कर दिता गया। यानी कि हुण स्कूल, कॉलेज, ट्रेनिंग सेंटर होर कोई भी विद्यक स्थान ने वो सारे पूर्ण तौर पर बंद रहणगे। नाइट करफ्यू रात 11 बजे तो लैके सवेर 5 बजे तक नाइट करफ्यू है वो जारी रहेगा। उलंघना करन वालियां नूं, जो रूल्स ने दी उलंघना करन वालियां नूं 500 रुपए का जुर्माना है वो भरना पएगा। दुकानां सिर्फ शाम 5 बजे तक खुलियां रहणगियां। हालांकि जो थिएटर्स ने, जिम्स ने, होर कॉम्पलैक्सिस ने बंद रहणगे। सिर्फ मार्केट जिथे एसेंशियल कमोडिटीज़ जिथे रोज़ आम दिनां दी जिंदगी दे विच जो चीज़ां काम आउंदियां ने वो जे तुसीं खरीदनियां होणगियां तो उहदे लई सिर्फ 5 बजे तक जो दुकानां ने वो खुलियां रहणगियां। सिर्फ 5 बजे तक दुकानां खुलियां रहणगियां। इस दे नाल ही वैक्सीन दियां दोनों डोजेज लगवाउणियां लाजमी ने। तां हर जगह वैक्सीन द टीकाकरण उस तो ਵਧਾਉਣ ਦੀ जो गल की जा रही है। तो वैक्सीन ਦੀਆਂ दोनों डोजेज जेकर ਤੁਹਾਨੂੰ ਲੱਗੀਆਂ ਹੋਣਗੀਆਂ ਤਾਂ ਜਦ ਤੱਕ ਥਾਂ ਤੇ ਤੁਸੀਂ ਜਾ ਸਕਦੇ ਹੋ। ਤਾਂ ਹਰਿਆਣਾ ਦੇ ਵਿੱਚ ਇਹ ਪਾਬੰਦੀਆਂ ਨੇ ਇਹ ਲਾਗੂ ਹੋ ਚੁੱਕੀਆਂ ਨੇ। ਤੇ ਕੱਲ ਇੱਕ ਹੋਰ ਪਾਬੰਦੀ ਉਹ ਲਾਗੂ ਕਰ ਦਿੱਤੀ ਗਈ ਸੀ, ਜਿੱਥੇ ਕਿਹਾ ਗਿਆ ਸੀ ਕਿ ਦੁਕਾਨਾਂ ਸਿਰਫ 5 ਵਜੇ ਤੱਕ ਹੀ ਖੁੱਲੀਆਂ ਰਹਿਣਗੀਆਂ। ਜੇਕਰ ਕੋਈ ਜ਼ਰੂਰੀ ਸਮਾਨ ਲੈਣਾ ਹੈ ਤੁਸੀਂ ਤਾਂ 5 ਵਜੇ ਤੋਂ ਪਹਿਲੇ ਦੁਕਾਨਾਂ ਤੇ ਜਾ ਕੇ ਖਰੀਦਾਰੀ ਹੈ ਉਹ ਕਰ ਸਕਦੇ ਹੋ। ਉਸ ਤੋਂ ਬਾਅਦ 11 ਵਜੇ ਤੋਂ ਲੈ ਕੇ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਉਹ ਨਾਈਟ ਕਰਫਿਊ ਹੈ ਉਹ ਜਾਰੀ ਰਹੇਗਾ। ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲ ਇਹ ਪੂਰੀ ਤਰ੍ਹਾਂ ਬੰਦ ਰਹਿਣਗੇ। ਕੋਰੋਨਾ ਤੇ ਹਰਿਆਣਾ ਸੀਐਮ ਨੇ ਕੱਲ ਸਮੀਖਿਆ ਬੈਠਕ ਕੀਤੀ ਸੀ। ਵਿਆਹ ਤੇ ਭੋਗ ਸਮਾਗਮਾਂ ਤੇ ਹੋਣ ਵਾਲੇ ਇਕੱਠ ਨੂੰ ਵੀ ਘਟਾ ਦਿੱਤਾ ਗਿਆ। ਤੇ ਸਿਰਫ 100 ਲੋਕ ਵਿਆਹ ਜਾਂ ਭੋਗ ਸਮਾਗਮ ਤੇ ਇਕੱਠੇ ਹੋ ਸਕਦੇ ਨੇ। ਤਾਂ ਓਮਿਕਰॉन ਦਾ ਖਤਰਾ ਹੈ ਲਗਾਤਾਰ ਜਾਰੀ ਹੈ। ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸੂਬਿਆਂ ਵਿੱਚ ਜੋ ਨੇ ਪਾਬੰਦੀਆਂ ਨੇ ਉਹ ਜਾਰੀ ਹੋ ਰਹੀਆਂ ਨੇ। ਤੇ ਇਸ ਦੇ ਨਾਲ ਹੀ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਓਮਿਕਰॉन ਦਾ ਕਹਿਰ ਹੈ ਬਰਕਰਾਰ ਹੈ, ਕੋਰੋਨਾ ਦੇ ਕੇਸ ਨੇ ਲਗਾਤਾਰ ਸਾਹਮਣੇ ਆ ਰਹੇ ਨੇ, ਜਿਸ ਨੂੰ ਦੇਖਦਿਆਂ ਹੋਇਆਂ ਕੱਲ ਹਰਿਆਣਾ ਸਰਕਾਰ ਵੱਲੋਂ ਸੀਐਮ ਮਨੋਹਰ ਲਾਲ ਖੱਟਰ ਵੱਲੋਂ ਕੋਵਿਡ ਸਮੀਖਿਆ ਬੈਠਕ ਉਹ लगाई गई, कोविड समीखिया बैठक की गई सी, जिस विच कुछ अहम फैसले ले गए सी। कल दुकानां 5 बजे ही बंद कर दित्तियां गईयां सन। तां जेकर कोई समग्री जरूरी है जो खरीदनी है तो 5 बजे तक ही तुसी जाके ले सकते हो। 5 बजे तो बाद दुकानां बंद हो जाणगियां। नाइट करफ्यू है लगा दिता गया, इकट्ठ है घटा दिता गया। रेस्टोरेंट दे विच जेकर जाना है तो 50% की समर्था दे नाल रेस्टोरेंट चलणगे। दफ्तर भी 50% की समर्था दे नाल चलणगे। एक बार फिर जिहड़ा 2019 दे विच जो कल्चर देखण नूं मिलिया सीगा कि स्कूल, कॉलेज, विद्युत स्थान सारे बंद हो गए सन, तो एक बार फिर वो समा है वो दोहरा रहे हैं। 2022 की शुरुआत है तो एक बार फिर वो समा 2019 वाला समा वो फिर वापस आ रहा है, फिर वापस परत रहा है। किस तरह जो पाबंदियां ने लगातार जारी की जा रही ने, जो दिशा निर्देश ने, हिदायतां ने जारी की जा रही ने, तो लोगों को जागरूक करने की कोशिश की जा रही है। टीकाकरण का
जो ਅਵੇਅਰਨੈਸ ਹੈ ਕੀਤੀ ਜਾ ਰਹੀ ਹੈ, ਹਰ ਇੱਕ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਵੈਕਸੀਨ ਜ਼ਰੂਰ ਲਗਵਾਓ ਤਾਂ ਵੈਕਸੀਨ ਲਗਵਾਉਣੀ ਲਾਜ਼ਮੀ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਨਹੀਂ ਲਗਵਾਈ ਵੈਕਸੀਨ ਹੁਣ नहीं वो घरों बाहर निकल पाएंगे, दोनों डोजेस लगवाना कंपलसरी कर दिता गया। ओमिक्रॉन का कहर है लगातार बरकरार है। हरियाणा दे 5 ਜ਼ਿਲ੍ਹਿਆਂ ਦੇ ਵਿੱਚ ਨਵੀਆਂ ਹਦਾਇਤਾਂ ਨੇ ਲਾਗੂ ਕਰ ਦਿੱਤੀਆਂ ਗਈਆਂ ਨੇ। ਕੱਲ ਸੀਐਮ ਮਨੋਹਰ ਲਾਲ ਖੱਟਰ ਦੀ ਇੱਕ ਕੋਵਿਡ ਸਮੀਖਿਆ ਬੈਠਕ ਹੋਈ ਸੀ। ਡੀਸੀ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜੋ ਵੀ ਪਾਬੰਦੀਆਂ ਨੇ ਉਸ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਹੈ ਉਹ ਕੀਤੀ ਜਾਵੇ। ਜੇਕਰ ਆਪਣੇ ਪੱਧਰ ਤੇ ਵੀ ਕੋਈ ਹਦਾਇਤਾਂ ਲਗਾਉਣੀਆਂ ਚਾਹੁੰਦੇ ਨੇ, ਉਹ ਨਾਈਟ ਕਰਫਿਊ ਵਧਾਉਣਾ ਚਾਹੁੰਦੇ ਨੇ ਤਾਂ ਆਪਣੇ ਪੱਧਰ ਤੇ ਆਪਣੇ ਲੈਵਲ ਤੇ ਉਹ ਕਰ ਸਕਦੇ ਨੇ। ਤਾਂ ਇਹ ਜ਼ਿੰਮੇਵਾਰੀ ਹੈ ਡੀਸੀ ਨੂੰ ਸੌਂਪ ਦਿੱਤੀ ਗਈ ਹੈ ਕਿ ਇਹ ਦੇਖਿਆ ਜਾਏ ਕਿ ਜੋ ਵੀ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ ਉਸ ਦੀ ਪਾਲਣਾ ਹੈ ਉਹ ਕੀਤੀ ਜਾਵੇ। ਤਾਂ ਲਗਾਤਾਰ ਕੋਵਿਡ ਦਾ ਓਮਿਕਰੋਨ ਦਾ ਜੋ ਖਤਰਾ ਹੈ ਉਹ ਜਾਰੀ ਹੈ। ਤਾਂ ਹੁਣ ਇਸ ਸੂਬੇ ਦੇ ਵਿੱਚ ਨਵੀਆਂ ਹਦਾਇਤਾਂ ਨੇ ਉਹ ਲਾਗੂ ਕਰ ਦਿੱਤੀਆਂ ਗਈਆਂ ਨੇ। ਚੰਡੀਗੜ੍ਹ ਪ੍ਰਸ਼ਾਸਨ ਜਿੱਥੇ ਸਖਤ ਹੋ ਰਿਹਾ, ਦਿੱਲੀ ਦੇ ਵਿੱਚ ਪਾਬੰਦੀਆਂ ਵਧਾਈਆਂ ਗਈਆਂ ਨੇ, ਬੰਬੇ ਦੇ ਵਿੱਚ, ਮੁੰਬਈ ਦੇ ਵਿੱਚ ਨਵੇਂ ਸਾਲ ਤੇ ਜਸ਼ਨ ਤੇ ਪਾਬੰਦੀਆਂ ਲਗਾਈਆਂ ਗਈਆਂ ਸਨ। ਤਾਂ ਕੋਈ ਵੀ ਜਸ਼ਨ ਨਵੇਂ ਸਾਲ ਦਾ 2022 ਦਾ ਕੋਈ ਵੀ ਨਹੀਂ ਮਨਾ ਪਾਇਆ। ਤਾਂ ਉਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਹੈ ਉਹ ਸਖਤ ਹੁੰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਕਿ ਪੰਜਾਬ ਦੀ ਵਾਰੀ ਹੈ, ਕਿਉਂਕਿ ਜਿੱਥੇ ਹਰ ਸੂਬੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ, ਤਾਂ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ। ਪਰ ਇਹ ਦੇਖਣਾ ਬਣਦਾ ਹੈ ਕਿ ਕੀ ਜਿਸ ਤਰ੍ਹਾਂ ਸੀਐਮ ਚੰਨੀ ਕਹਿ ਰਹੇ ਨੇ ਕਿ ਜੇਕਰ ਤੀਜੀ ਲਹਿਰ ਆਉਂਦੀ ਹੈ ਪੰਜਾਬ ਦੇ ਵਿੱਚ ਓਮਿਕਰੋਨ ਦੀ ਤਾਂ ਅਸੀਂ ਨਜਿੱਠਣ ਲਈ ਤਿਆਰ ਹਾਂ। ਪਰ ਕੀ ਇਹ ਸੱਚ ਸਾਬਿਤ ਹੁੰਦਾ ਹੈ ਜਾਂ ਨਹੀਂ, ਕੀ ਫਿਰ ਇਸ ਤੋਂ ਨਜਿੱਠਣ ਲਈ ਕੋਈ ਪਾਬੰਦੀਆਂ ਨੇ ਉਹ ਪੰਜਾਬ ਦੇ ਵਿੱਚ ਵੀ ਲਾਗੂ ਕਰ ਦਿੱਤੀਆਂ ਜਾਣਗੀਆਂ। ਤਾਂ ਇਹ ਸਮਾਂ ਦੱਸੇਗਾ। ਪਰ ਇਸ ਵਕਤ ਚੰਡੀਗੜ੍ਹ ਪ੍ਰਸ਼ਾਸਨ, ਦਿੱਲੀ ਦੇ ਵਿੱਚ ਔਡ ਈਵਨ ਫਾਰਮੂਲਾ ਹੈ ਉਹ ਲਗਾਤਾਰ ਜਾਰੀ ਹੈ। ਹਰਿਆਣਾ ਦੇ ਵਿੱਚ ਲਗਾਤਾਰ ਸਖਤੀਆਂ ਵਧਾ ਦਿੱਤੀਆਂ ਗਈਆਂ ਨੇ। ਨਾਈਟ ਕਰਫਿਊ ਹੈ ਹਰਿਆਣਾ ਦੇ ਵਿੱਚ ਲੱਗਾ ਹੋਇਆ ਹੈ। 100 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਵਿਆਹ ਜਾਂ ਭੋਗ ਸਮਾਗਮ ਦੇ ਵਿੱਚ 100 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਦਫ਼ਤਰ ਵੀ 50% ਦੀ ਸਮਰੱਥਾ ਦੇ ਨਾਲ ਚੱਲਣਗੇ। ਰੈਸਟੋਰੈਂਟ ਵੀ 50% ਦੀ ਸਮਰੱਥਾ ਦੇ ਨਾਲ ਚੱਲਣਗੇ। ਜੇਕਰ ਕੋਈ ਜ਼ਰੂਰੀ ਸਮੱਗਰੀ ਲੈਣੀ ਹੈ, ਜੇਕਰ ਕੋਈ ਜ਼ਰੂਰੀ ਸਮਾਨ ਲੈਣਾ ਹੈ ਤਾਂ ਸਿਰਫ 5 ਵਜੇ ਤੋਂ ਪਹਿਲੇ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਲੈ ਸਕਦੇ ਹੋ। ਤਾਂ ਹਰਿਆਣਾ ਸਰਕਾਰ ਸਖਤ ਹੋ ਰਹੀ ਹੈ। ਕੱਲ ਕੋਵਿਡ ਸਮੀਖਿਆ ਬੈਠਕ ਸੀ ਜਿੱਥੇ ਅਹਿਮ ਫੈਸਲੇ ਲਏ ਗਏ ਨੇ। ਕੋਵਿਡ ਨਾਲ ਨਜਿੱਠਣ ਦੀ ਇਸ ਵਕਤ ਲੋੜ ਹੈ। ਦੇਖਣਾ ਬਣਦਾ ਕਿ ਪੰਜਾਬ ਦਾ ਹਾਲ ਕੀ ਬਣਦਾ, ਕਿ ਆਉਣ ਵਾਲੇ ਸਮੇਂ 'ਚ ਪੰਜਾਬ ਵਿੱਚ ਵੀ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਜਾਂ ਨਹੀਂ। ਕਿ ਜਿਸ ਤਰ੍ਹਾਂ 15 ਜਨਵਰੀ 2022 ਤੋਂ ਪੰਜਾਬ ਦੇ ਵਿੱਚ ਪਾਬੰਦੀਆਂ ਨੇ ਉਹ ਲਾਗੂ ਹੋ ਜਾਣਗੀਆਂ, ਜਿੱਥੇ ਦੋਨੋਂ ਡੋਜ਼ਸ ਕਰੋਨਾ ਦੀਆਂ ਉਹ ਲੱਗੀਆਂ ਹੋਣੀਆਂ ਲਾਜ਼ਮੀ ਨੇ। ਤਾਂ ਦੋਨੋਂ ਡੋਜ਼ਸ ਕੋ ਵੈਕਸੀਨ ਦੀਆਂ ਲੱਗੀਆਂ ਹੋਣਗੀਆਂ ਤਾਂ ਤੁਸੀਂ ਬਾਹਰ ਨਿਕਲ ਸਕਦੇ ਹੋ। ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਸੌਫਟ ਕਾਪੀ ਜਾਂ ਹਾਰਡ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਦਿਖਾਓਗੇ ਤਾਂ ਹੀ ਕਿਸੇ ਜਨਤਕ ਥਾਂ ਤੇ ਤੁਹਾਨੂੰ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਜਨਤਕ ਥਾਂ ਤੇ ਜਾਣਾ ਹੈ ਤਾਂ ਵੈਕਸੀਨ ਦੀਆਂ ਦੋਨੋਂ ਡੋਜ਼ਸ ਲੱਗੀਆਂ ਹੋਣੀਆਂ ਲਾਜ਼ਮੀ ਨਹੀਂ, ਜਾਂ ਫਿਰ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ ਹੈ ਤੇ ਦੂਜੀ ਡੋਜ਼ ਜੇਕਰ ਡਿਊ ਹੈ ਤਾਂ ਹੀ ਤੁਸੀਂ ਕਿਤੇ ਬਾਹਰ ਨਿਕਲ ਸਕਦੇ ਹੋ। ਤਾਂ ਪੰਜਾਬ ਸਰਕਾਰ ਵੀ ਸਖਤ ਹੋ ਰਹੀ ਹੈ 15 ਜਨਵਰੀ 2022 ਤੋਂ। ਪਰ ਫਿਲਹਾਲ ਦੀ ਕੜੀ ਚੰਡੀਗੜ੍ਹ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਹੈ, ਹਰਿਆਣਾ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਹੈ। ਹਰਿਆਣਾ ਸਰਕਾਰ ਵੱਲੋਂ ਨਵੀਆਂ ਕੋਵਿਡ ਗਾਈਡਲਾਈਨਸ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ। ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਗਾਈਡਲਾਈਨਸ ਕੀ ਹੋਣਗੀਆਂ। ਤਾਂ 2 ਜਨਵਰੀ ਤੋਂ 12 ਜਨਵਰੀ ਤੱਕ ਇਹ ਹੋਣਗੀਆਂ ਹਦਾਇਤਾਂ ਲਾਗੂ ਰਹਿਣਗੀਆਂ। ਦਫ਼ਤਰਾਂ ਦੇ ਵਿੱਚ 50% ਦੀ ਸਮਰੱਥਾ ਦੇ ਨਾਲ ਲੋਕ ਕੰਮ ਕਰ ਸਕਦੇ ਨੇ। ਰੈਸਟੋਰੈਂਟਸ ਦੇ ਵਿੱਚ 50% ਦੀ ਲੋਕ ਸ਼ਾਮਿਲ ਹੋ ਸਕਦੇ ਨੇ। ਨੋ ਮਾਸਕ ਨੋ ਸਰਵਿਸ, ਯਾਨੀ ਕਿ ਜੇ ਮਾਸਕ ਨਹੀਂ ਪਾਇਆ ਤਾਂ ਕਿਤੇ ਵੀ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸਕੂਲ, ਕਾਲਜ, ਟ੍ਰੇਨਿੰਗ ਸੈਂਟਰ ਇਹ ਪੂਰੀ ਤੌਰ ਤੇ ਬੰਦ ਰਹਿਣਗੇ। ਰਾਤੀ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਔਰ ਜੋ ਕੋਈ ਉਲੰਘਣਾ ਕਰਦਾ ਹੈ ਇਹਨਾਂ ਰੂਲਸ ਦੀ, ਇਹਨਾਂ ਹਦਾਇਤਾਂ ਦੀ, ਤਾਂ 500 ਰੁਪਇਆ ਜੁਰਮਾਨਾ ਭਰਨਾ ਪਵੇਗਾ। ਤਾਂ ਦੁਕਾਨਾਂ ਸਿਰਫ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ। ਇਸ ਦੇ ਨਾਲ ਹੀ ਵੈਕਸੀਨ ਦੀਆਂ ਦੋਨੋਂ ਡੋਜ਼ਸ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਸਿਨੇਮਾ ਹਾਲ, ਸ਼ਾਪਿੰਗ ਕੰਪਲੈਕਸ, ਸਵਿਮਿੰਗ ਪੂਲ, ਜਿਮ ਇਹ ਸਭ ਬੰਦ ਰਹਿਣਗੇ। ਤੇ ਵਿਆਹ ਤੇ ਭੋਗ ਸਮਾਗਮਾਂ ਤੇ 100 ਲੋਕ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਤਾਂ ਹਰਿਆਣਾ ਸਰਕਾਰ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਨੇ। ਦੇਖਣਾ ਬਣਦਾ ਕਿ ਪੰਜਾਬ ਦੇ ਵਿੱਚ ਕੀ ਹਦਾਇਤਾਂ ਲਾਗੂ ਹੋਣਗੀਆਂ ਜਾਂ ਨਹੀਂ, ਇਹ ਸਮਾਂ ਦੱਸੇਗਾ।